ਅੱਜ ਦਾ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਹੈ ਸਾਡੇ ਲਈ ਬੜਾ ਬੇहद ਖਾਸ ਹੈ, ਕਿਉਂਕਿ ਅੱਜ ਪੰਜਾਬ ਦੀ ਹੋਂਦ, ਪੰਜਾਬ ਦੀ ਰਾਜਧਾਨੀ ਦੇ ਨਾਲ ਜੁੜੇ ਕਈ ਪਹਿਲੂਆਂ ਤੇ ਆਪਾਂ ਗੱਲਬਾਤ ਕਰਾਂਗੇ। ਮੈਨੂੰ ਪੂਰੀ ਉਮੀਦ ਸੀ ਕਿ ਪੰਜਾਬ ਦੇ ਜਿਵੇਂ ਸੰਘਰਸ਼ ਦੀ ਆਪਾਂ ਕੱਲ੍ਹ ਗੱਲਬਾਤ ਕੀਤੀ ਸੀਗੀ ਪ੍ਰੋਗਰਾਮ ਦੇ ਵਿੱਚ, ਕਿ ਪੰਜਾਬੀਆਂ ਨੂੰ ਇੱਕ ਹੋਰ ਸੰਘਰਸ਼ ਜਿਹੜਾ ਉਹ ਲੜਨਾ ਪੈਣਾ ਹੈ। ਉਸੇ ਤਰੀਕੇ ਨਾਲ ਜਿਸ ਤਰੀਕੇ ਦੀ ਉਮੀਦ ਸ਼ਰਮਾ ਜੀ ਤੋਂ ਸੀਗੀ ਕਿ ਚੰਡੀਗੜ੍ਹ ਦੇ ਪਹਿਲੂਆਂ ਤੇ ਵੱਖ-ਵੱਖ ਖਬਰਾਂ ਦੇ ਉੱਤੇ ਚਰਚਾ ਕਰਨਗੇ, ਤਾਂ ਠੀਕ ਉਸੇ ਨਾਲ ਤਰ੍ਹਾਂ ਹੀ ਆਪਾਂ ਉਸੇ ਕੜੀ ਨੂੰ ਅੱਗੇ ਜੋੜਦੇ ਹਾਂ ਤੇ ਚੰਡੀਗੜ੍ਹ ਤੋਂ ਹੀ, ਪੰਜਾਬ ਦੀ ਰਾਜਧਾਨੀ ਤੋਂ, ਕਿਉਂਕਿ ਅਸੀਂ ਨਾ ਤਾਂ ਸ਼ਰਮਾ ਜੀ ਕਦੇ ਵੀ ਮੈਂ ਚੰਡੀਗੜ੍ਹ ਨੂੰ ਇਹ ਨਹੀਂ ਮੰਨਿਆ ਕਿ ਉਹ ਯੂਟੀ ਹੈ, ਕੋਈ ਸ਼ਹਿਰ ਹੈ ਜਾਂ ਪੰਜਾਬ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ। ਪਹਿਲਾਂ ਪੰਜਾਬ ਦੀ ਰਾਜਧਾਨੀ ਹੈ, ਚਲੋ ਹਰਿਆਣਾ ਤਾਂ ਸਾਡੇ ਚੋਂ ਨਿਕਲਿਆ ਨਾ, ਉਹਨੂੰ ਤਾਂ ਹੁਣ ਕੀ ਕਹੀਏ ਕੀ ਨਾ ਕਹੀਏ ਜੀ। ਚੰਡੀਗੜ੍ਹ ਹੱਥੋਂ ਜਾ ਰਿਹਾ ਇੱਕ, ਤੁਸੀਂ ਸੋਸ਼ਲ ਮੀਡੀਆ ਤੇ ਵੀ ਵਿਅੰਗਮਈ ਤੌਰ ਦੇ ਉੱਤੇ ਲਿਖਿਆ ਸੀਗਾ, ਉਹ ਵੀ ਕਾਫੀ ਪੜ੍ਹਿਆ ਗਿਆ, ਲੋਕਾਂ ਵੱਲੋਂ ਸਰਾਹਿਆ ਗਿਆ। ਕਹਿੰਦੇ ਚੰਡੀਗੜ੍ਹ ਹੱਥੋਂ ਜਾ ਰਿਹਾ ਤੇ ਸਾਡਾ ਮੁਖੀ ਜਿਨ੍ਹਾਂ ਦਾ ਕੰਮ ਹੈ ਇਹਨਾਂ ਜਾ ਰਹੀਆਂ ਚੀਜ਼ਾਂ ਨੂੰ ਬੋਚਣਾ, ਬਚਾਉਣਾ ਤੇ ਲੋਕਾਂ ਨੂੰ ਦੱਸਣਾ, ਉਹ ਕਹਿੰਦੇ ਚੁਟਕਲੇ ਸੁਣਾ ਰਿਹਾ। ਸੋਸ਼ਲ ਮੀਡੀਆ ਤੇ ਵੀ ਇਸ ਵਜ੍ਹਾ ਨਾਲ ਲਿਖਿਆ ਸੀਗਾ ਕਿ ਚੰਡੀਗੜ੍ਹ ਜਾਂਦਾ ਤਾਂ ਜਾਵੇ, ਤੁਸੀਂ ਕੀ ਲੈਣਾ, ਤੁਸੀਂ ਆਪਣੇ ਲਾਣੇਦਾਰ ਤੋਂ ਚੁਟਕਲੇ ਸੁਣੋ। ਤੇ ਉਸੇ ਹਵਾਲੇ ਦਾ ਮਿਲਦਾ ਜੁਲਦਾ ਸਵਾਲ ਤੁਸੀਂ ਕਰ ਰਹੇ ਹੋ ਕਿ ਚੰਡੀਗੜ੍ਹ ਹੱਥੋਂ ਜਾ ਰਿਹਾ ਤੇ ਸਾਡਾ ਮੁਖੀ ਚੁਟਕਲੇ ਸੁਣਾ ਰਿਹਾ। ਬਿਲਕੁਲ ਪ੍ਰਵੀਨ ਜੀ, ਅੱਜ ਤੋਂ ਇਸ ਸਮੇਂ ਤੋਂ ਪੂਰੇ 24 ਘੰਟੇ ਪਹਿਲਾਂ ਆਪਾਂ ਇਸ ਖਬਰ ਨੂੰ ਇਸ ਹਵਾਲੇ ਨਾਲ ਛੱਡਿਆ ਸੀਗਾ ਕਿ ਇਹ ਪੰਜਾਬ ਦੇ ਲਈ ਨਵਾਂ ਸੰਘਰਸ਼ ਸ਼ੁਰੂ ਹੋਣ ਜਾ ਰਿਹਾ। ਔਰ ਮੈਨੂੰ ਆਸ ਸੀ ਕਿ ਜਦੋਂ ਆਪਾਂ ਇਹ ਪ੍ਰੋਗਰਾਮ ਖਤਮ ਕੀਤਾ ਕਿ ਉਸ ਤੋਂ ਬਾਅਦ ਇਹ ਖਬਰਾਂ ਨਸਰ ਹੋਣੀਆਂ ਸ਼ੁਰੂ ਹੋਣਗੀਆਂ ਕਿ ਪੰਜਾਬ ਤੋਂ ਲੀਡਰ ਚੰਡੀਗੜ੍ਹ ਨੂੰ ਤੁਰ ਪਏ। ਪੰਜਾਬ ਤੋਂ ਲੀਡਰ ਜਿਹੜੇ ਰੈਲੀਆਂ 'ਚ ਬੱਸਾਂ ਭਰ ਲੈ ਕੇ ਜਾਂਦੇ ਨੇ, ਚੰਡੀਗੜ੍ਹ ਨੂੰ ਬੱਸਾਂ ਭਰ ਕੇ ਲੈ ਕੇ ਆ ਰਹੇ ਨੇ। ਮੈਂ ਉਮੀਦ ਕਰ ਰਿਹਾ ਸੀਗਾ ਕਿ ਐਡਾ ਬੜਾ ਮਸਲਾ ਹੈ, ਸਵੇਰ ਦਾ ਬਹੀਰਾਂ ਘੱਤ ਕੇ ਗੱਡੀਆਂ ਮਟਕਾ ਚੌਂਕ ਆਪਣੇ ਆਪ ਪਹੁੰਚ ਜਾਣਗੀਆਂ, ਆਪਣੇ ਆਪ ਲੋਕ ਚੰਡੀਗੜ੍ਹ ਪਹੁੰਚ ਜਾਣਗੇ। ਇੱਕ ਵੀ ਚਿਹਰਾ ਮੋਹਰਾ ਮੈਨੂੰ ਚੰਡੀਗੜ੍ਹ ਆ ਕੇ ਨਾਰਾ ਮਾਰਦਾ ਨਜ਼ਰ ਨਹੀਂ ਆਇਆ ਜੀ। ਤੇ ਜਿਹਨੇ ਇਸ ਪਹਿਲੂ ਦੀ ਅਗਵਾਈ ਕਰਨੀ ਸੀ, ਮੁਖੀ ਆਪਣਾ ਕਾਫਲਾ 40-42 ਗੱਡੀਆਂ ਦਾ ਚੰਡੀਗੜ੍ਹੋਂ ਕੱਢ ਕੇ ਇੱਕ DAV ਕਾਲਜ ਦੇ ਵਿੱਚ ਜਾ ਕੇ ਯੂਥ ਫੈਸਟੀਵਲ 'ਚ ਚੁਟਕਲੇ ਸੁਣਾ ਰਿਹਾ ਸੀ। ਜਦੋਂ ਤੁਹਾਡੀ ਰਾਜਧਾਨੀ ਖੋਈ ਜਾ ਰਹੀ ਹੋਵੇ, ਤੁਹਾਡੇ ਘਰ ਤੇ ਕਬਜ਼ਾ ਹੋ ਰਿਹਾ ਹੋਵੇ, ਹੈ ਨਾ, ਪਹਿਲਾਂ ਤੋਂ ਹੀ ਉਹ ਕਿਰਾਏਦਾਰ ਬਣ ਕੇ ਬੈਠੇ ਮਕਾਨ ਮਾਲਕ ਬਣ ਲਈ ਤਿਆਰ ਹੋ ਰਹੇ ਹੋਣ, ਤੇ ਤੁਹਾਨੂੰ ਭੰਗੜੇ ਕਿੱਦੇ ਸੁੱਝਣਗੇ ਜਨਾਬ? ਤੁਹਾਨੂੰ ਚੁਟਕਲੇ ਸੁੱਝਣਗੇ ਉਸ ਸਮੇਂ, ਤੁਹਾਨੂੰ ਟੋਟਕੇ ਸੁਣਾਉਣੇ ਸੁੱਝਣਗੇ। ਮੈਂ ਕਹਿੰਦਾ ਕਿ ਚੰਡੀਗੜ੍ਹ ਦਾ ਮਸਲਾ ਆਮ ਆਦਮੀ ਪਾਰਟੀ ਦਾ ਪੈਦਾ ਕੀਤਾ ਹੋਇਆ ਮਸਲਾ ਨਹੀਂ ਹੈ। ਮੈਂ ਕਹਿੰਦਾ ਚੰਡੀਗੜ੍ਹ ਦੇ ਮਸਲੇ ਲਈ ਭਗਵੰਤ ਮਾਨ ਜ਼ਿੰਮੇਵਾਰ ਨਹੀਂ ਹੈ। ਇਹਦੇ ਲਈ ਕਾਂਗਰਸੀ ਅਕਾਲੀਆਂ ਦੀ ਨਲਾਇਕੀ ਔਰ ਪਰਦੇ ਉਹਲੇ ਨਿਭਾਏ ਗਏ ਘਟੀਆ ਰੋਲ ਦਾ ਨਤੀਜਾ। ਪਰ ਹੁਣ ਮੁਖੀ ਤੁਸੀਂ ਹੋ, ਤੇ ਜਿਹੜੀ ਸਰਕਾਰ ਦੇ ਸਮੇਂ ਜਿਹੜਾ ਪਹਿਲੂ ਆਉਂਦਾ ਉਸ ਨੂੰ ਫਰੰਟ ਤੇ ਹੋ ਕੇ ਲੜਨਾ ਪੈਂਦਾ, ਨਹੀਂ ਤਾਂ ਲੋਕ ਫਿਰ ਗਦਾਰ ਐਲਾਨ ਦਿੰਦੇ ਨੇ। ਭਗਵੰਤ ਮਾਨ ਨੂੰ ਚੇਤੇ ਰੱਖਣਾ ਚਾਹੀਦਾ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਤੁਸੀਂ ਇਕੱਲੇ ਕੇਜਰੀਵਾਲ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਹੀਂ ਹੋ। ਸਹੀ। ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹੋ। ਇਸ ਪਹਿਲੂ ਤੇ ਤੁਹਾਡਾ ਅਧਿਕਾਰਤ ਬਿਆਨ ਤੱਕ ਨਹੀਂ ਅਜੇ ਤੱਕ। ਪ੍ਰਵੀਨ ਜੀ, ਜਦੋਂ ਇਹ ਸਪਸ਼ਟ ਹੋ ਗਿਆ, ਮੈਂ ਇਸ ਪਹਿਲੂ ਨੂੰ ਸਪਸ਼ਟ ਕਰਦੇ ਹਾਂ। ਪਹਿਲਾਂ ਇਹ ਪਹਿਲੂ ਕਿੱਥੋਂ ਪੈਦਾ ਹੁੰਦਾ? ਇਹ ਪਹਿਲੂ ਪੈਦਾ ਹੁੰਦਾ ਹਰਿਆਣੇ ਵੱਲੋਂ ਵੱਖਰੀ ਵਿਧਾਨ ਸਭਾ ਦੀ ਮੰਗ ਤੋਂ, ਕਿ ਚੰਡੀਗੜ੍ਹ 'ਚ ਸਾਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਥਾਂ ਦਿੱਤੀ ਜਾਵੇ। ਇਸ ਪਹਿਲੂ ਦੀ ਮੰਗ ਇੱਕ ਬੈਠਕ 'ਚ ਜੈਪੁਰ ਸੀਗੀ, ਉਹ ਬੈਠਕ ਉੱਥੇ ਅਮਿਤ ਸ਼ਾਹ ਵੱਲੋਂ ਹਾਮੀ ਭਰੀ ਜਾਂਦੀ ਹੈ ਕਿ ਠੀਕ ਹੈ ਜੀ, ਇਹਨਾਂ ਨੂੰ ਮਿਲਣੀ ਚਾਹੀਦੀ ਹੈ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਸੇ ਸਮੇਂ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਨੇ, ਅੱਛਾ ਜੀ ਹਰਿਆਣੇ ਨੂੰ ਵੱਖਰੀ ਥਾਂ ਦੇਣੀ ਹੈ, ਚੰਡੀਗੜ੍ਹ 'ਚ ਸਾਨੂੰ ਵੀ ਵੱਖਰੀ ਦੇ ਦਿਓ। ਉਹ ਭਰਾਵਾ, ਚੰਡੀਗੜ੍ਹ ਆਪਣਾ ਹੈ। ਸਹੀ। ਤੁਸੀਂ ਇਹ ਕਹਿ ਕੇ ਆਪਣੇ ਕੇਸ ਨੂੰ ਕਮਜ਼ੋਰ ਕਰ ਰਹੇ ਹੋ। ਤੁਸੀਂ ਤਾਂ ਇਹ ਕਹਿਣਾ ਸੀਗਾ ਵੀ ਚੰਡੀਗੜ੍ਹ ਸਾਡਾ ਹੀ ਹੈ, ਇਹ ਵਿਧਾਨ ਸਭਾ ਸਾਡੀ ਵਾ, ਸਾਡੇ ਵਾਲੀ ਚੋਂ ਵਿਧਾਨ ਸਭਾ ਵੀ ਵਰਤ ਰਹੇ ਨੇ, ਸਾਡੇ ਵਾਲੀ ਚੋਂ ਸਕੱਤਰ ਵੀ ਵਰਤ ਰਹੇ ਨੇ। ਕੋਈ ਗੱਲ ਨਹੀਂ, ਛੋਟਾ ਭਰਾ ਜਿੰਨੀ ਦੇਰ ਵਰਤਣਾ ਵਰਤ ਲਵੇ, ਪਰ ਆਪਣੀ ਨਵੀਂ ਬਣਾਵੇ। ਔਰ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਮਿਲਣੀ ਚਾਹੀਦੀ ਹੈ, ਹਰਿਆਣੇ ਨੂੰ ਵੱਖਰਾ ਹਾਈ ਕੋਰਟ ਮਿਲਣਾ ਚਾਹੀਦਾ, ਤੇ ਉਹਦੇ ਲਈ ਉਹਨਾਂ ਕੋਲ ਵੱਖਰੀ ਆਪਣੀ ਮਤਲਬ ਰਾਜਧਾਨੀ ਹੋਣੀ ਚਾਹੀਦੀ ਹੈ। ਤੇ ਰਾਜਧਾਨੀ ਚਾਹੇ ਪੰਚਕੂਲੇ ਬਣਾਓ, ਚਾਹੇ ਕਰਨਾਲ ਬਣਾਓ, ਚਾਹੇ ਪਾਣੀਪਤ ਬਣਾਓ, ਚਾਹੇ ਗੜਗਾਉਂ ਬਣਾਓ, ਸਾਡੇ ਪਾਣੀ ਕਿਤੇ ਬਣਾਓ, ਪਰ ਚੰਡੀਗੜ੍ਹ ਤਾਂ ਪੰਜਾਬ ਦੀ ਰਾਜਧਾਨੀ ਹੈ। ਸਹੀ। ਫਿਰ ਉਸ ਤੋਂ ਬਾਅਦ ਮਾਮਲਾ ਠੰਡਾ ਜਿਹਾ ਇਸ ਪਹਿਲੂ ਤੇ ਪੈ ਗਿਆ ਕਿ ਜੀ ਹਰਿਆਣਾ ਜ਼ਮੀਨ ਵਟਾਉਣ ਨੂੰ ਫਿਰਦਾ ਹੈ, ਆਪਣੀ ਜੰਗਲਾਤ ਵਾਲੀ ਜ਼ਮੀਨ ਜਾਂ ਇਕੋ ਜ਼ੋਨ ਵਾਲੀ ਜ਼ਮੀਨ ਦੇਣ ਨੂੰ ਫਿਰਦਾ ਹੈ। ਤੇ ਇਸ ਲਈ ਚੰਡੀਗੜ੍ਹ ਦਾ ਪ੍ਰਸ਼ਾਸਨ ਕਹਿੰਦਾ ਨਹੀਂ ਜੀ, ਉਹ ਤਾਂ ਨਹੀਂ ਜੀ ਹੋ ਸਕਦੀ, ਉੱਥੇ ਫਿਰ ਕੀ ਕੀਤਾ ਜਾਊਗਾ ਜੀ, ਇਸ ਲਈ ਉਹਦੀ ਮਨਜ਼ੂਰੀ ਨਹੀਂ ਜੀ। ਇਹ ਮਾਮਲਾ ਠੰਡਾ ਚਲਾ ਗਿਆ। ਪਰ ਅਚਾਨਕ ਹੁਣ ਤੋਂ ਮਤਲਬ 32-36 ਘੰਟੇ ਪਹਿਲਾਂ
ਇਹ ਕੇਂਦਰ ਵੱਲੋਂ ਪ੍ਰਵਾਨਗੀ ਆ ਗਈ ਕਿ ਕੇਂਦਰ ਦੇ ਵਾਤਾਵਰਨ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਜੰਗਲਾਤ ਵਿਭਾਗ ਦੇ ਹਵਾਲੇ ਨਾਲ ਕਿ ਚੱਕੋ ਜੀ ਇਹ ਜ਼ਮੀਨ ਜਿਵੇਂ ਮਰਜ਼ੀ ਵਰਤੋ, ਚੰਡੀਗੜ੍ਹ ਨੂੰ 12 ਏਕੜ ਦਿੱਤੀ। ਹੁਣ ਤੁਸੀਂ ਬਿਲਕੁਲ ਹਰਿਆਣੇ ਦੀ ਜੜ 'ਚ ਜਿਹੜਾ ਮਨਸਾ ਦੇਵੀ ਕੰਪਲੈਕਸ ਹੈ, ਜਿੱਥੇ ਰਾਜੀਵ ਗਾਂਧੀ ITI ਹੈ, ਉੱਥੇ ਜਿਹ 'ਚ ਕੁਛ ਨਹੀਂ ਕੀਤਾ ਜਾ ਸਕਦਾ। ਉਹ ਜ਼ਮੀਨ ਠੀਕ ਹੈ, ਬੜੀ ਹਰੀ ਭਰੀ ਜ਼ਮੀਨ ਹੈ, ਉਹ ਚੰਡੀਗੜ੍ਹ ਨੂੰ 12 ਏਕੜ ਇਹਨਾਂ ਨੇ ਤਬਦੀਲ ਕਰਕੇ ਦੇ ਦੇਣੀ ਹੈ। ਤੇ ਚੰਡੀਗੜ੍ਹ ਦੀ ਪ੍ਰਾਈਮ ਥਾਂ, ਜਿੱਥੇ ਚੰਡੀਗੜ੍ਹ ਦਾ ਰੇਲਵੇ ਸਟੇਸ਼ਨ ਹੈ ਤੇ ਸਾਡਾ ਇੰਡਸਟਰੀ ਏਰੀਆ ਹੈ, ਉੱਥੇ 10 ਏਕੜ ਹਰਿਆਣੇ ਨੇ ਲੈ ਲੈਣੀ। ਮਤਲਬ ਜੇ ਇਹੀ 12 ਏਕੜ ਦੇ ਕੇ 10 ਏਕੜ 'ਚ ਬਣਾਉਣੀ ਆ, 12 ਏਕੜ 'ਚ ਬਣਾਓ ਫਿਰ ਆਪਣੇ 'ਚ। ਸਹੀ ਹੈ, ਆਪਣੇ 'ਚ ਬਣਾ ਲਓ। ਇਹਦਾ ਮਤਲਬ ਤੁਸੀਂ ਇਹ ਸਿਰਫ ਤੇ ਸਿਰਫ ਕਬਜ਼ਾਉਣ ਦੀ ਨੀਤੀ ਹੈ। ਹੁਣ ਇਹ ਤੋਂ ਇੱਕ ਪਹਿਲੂ ਸਮਝ ਆਉਂਦੇ ਨੇ ਕਿ ਕੇਂਦਰ ਜਾਂ ਮੋਦੀ ਦੀ ਅਗਵਾਈ ਵਾਲੀ ਸਰਕਾਰ, ਉਹਨਾਂ ਨੂੰ ਇਹ ਲੱਗਦਾ ਕਿ ਇਹ ਉਹੀ ਪੰਜਾਬ ਦੀ ਰਾਜਧਾਨੀ ਹੈ ਜਿਹੜੇ ਪੰਜਾਬ ਵਾਲੇ ਸਾਨੂੰ ਆ ਕੇ ਦਿੱਲੀ ਝੁਕਾ ਗਏ। ਇਸ ਲਈ ਤੁਹਾਡੀ ਉਹ ਪੀੜ ਜਿਹੜਾ 56 ਇੰਚ ਦੀ ਛਾਤੀ 'ਚ ਗਲੀ ਹੋਈ ਹੈ ਨਾ, ਉਹ ਤੁਹਾਨੂੰ ਟਿਕਣ ਨਹੀਂ ਦੇ ਰਹੀ। ਤੁਸੀਂ ਉਸ ਦਾ ਬਦਲਾ ਲੈ ਰਹੇ। ਫਿਰ ਇਹਦੇ ਨਾਲ ਇਹ ਵੀ ਪਹਿਲੂ ਲੁਕਮਾ ਏਜੰਡਾ ਸਾਹਮਣੇ ਆਉਂਦਾ ਕਿ ਉਸ ਦਿਨ ਖੇਤੀ ਕਾਨੂੰਨਾਂ ਦੀ ਲੜਾਈ ਦੇ ਦੌਰਾਨ ਜੋ ਏਕਾ, ਜੋ ਸਾਂਝ, ਜੋ ਪਿਆਰ ਆਵਾਮ ਦੀ ਪੰਜਾਬ ਤੇ ਹਰਿਆਣਾ ਦੀ ਆਪਸ ਵਿੱਚ ਪਈ, ਤੁਸੀਂ ਉਸ ਨੂੰ ਫਿਰ ਤੋੜਨਾ ਚਾਹੁੰਦੇ। ਤੁਸੀਂ ਉਸ ਸਾਂਝ 'ਚ ਲੋਕਾਂ ਨੂੰ ਆਮੋ ਸਾਹਮਣੇ ਲੜਾਉਣਾ ਚਾਹੁੰਦੇ, ਜਦੋਂ ਕਿ ਇਹ ਸਿਆਸੀ ਪੈਂਤੜੇਬਾਜ਼ੀ ਹੈ ਸਾਰੀ। ਫਿਰ ਇਹਦੇ ਵਿੱਚੋਂ ਇਹ ਵੀ ਪਹਿਲੂ ਉੱਭਰਿਆ ਕਿ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਜੋ ਹਾਲਾਤ ਬਣੇ ਨੇ, ਜੋ ਤੁਹਾਡਾ ਉੱਥੇ ਪਹਿਲੂ ਨਸਰ ਹੋਇਆ, ਤੁਸੀਂ ਉਹਦਾ ਬਦਲਾ ਪੰਜਾਬ ਤੋਂ ਇਸ ਰੂਪ 'ਚ ਲੈਣਾ ਚਾਹੁੰਦੇ ਹੋ। ਪ੍ਰਵੀਨ ਜੀ, ਕਿਸੇ ਬੰਦੇ ਦੀ ਪਹਿਚਾਣ, ਕਿਸੇ ਵਿਅਕਤੀ ਦੀ ਦਿੱਖ ਉਹਦੇ ਚਿਹਰੇ ਮੋਹਰੇ ਸਿਰ ਨਾਲ ਹੁੰਦੀ ਹੈ। ਤੇ ਪੰਜਾਬ ਇੱਕ ਅਜਿਹਾ ਸੂਬਾ ਤੁਹਾਡੇ ਸਿਆਸਤਦਾਨਾਂ ਨੇ ਬਣਾ ਕੇ ਰੱਖਤਾ ਕਿ ਸਾਡੇ ਕੋਲ ਆਪਣਾ ਸਿਰ ਹੀ ਨਹੀਂ ਹੈਗਾ, ਬਿਨਾਂ ਸਿਰ ਵਾਲਾ ਸੂਬਾ ਹੈ ਪੰਜਾਬ। ਸਹੀ, ਬਿਲਕੁਲ ਸਹੀ। 47 ਦੀ ਵੰਡ, ਕਹਿੰਦੇ ਜੀ ਦੇਸ਼ ਵੰਡਿਆ। ਸਭ ਨੂੰ ਪਤਾ ਹੈ ਕਿ ਬੰਗਾਲ ਤੇ ਪੰਜਾਬ ਹੀ ਵੰਡਿਆ। ਤੇ ਪੰਜਾਬ ਨਾਲ ਇਸ ਕਦਰ ਧੋਖਾ ਕਿ ਸਾਡੀ ਰਾਜਧਾਨੀ ਲਾਹੌਰ ਉੱਧਰ ਦੇਤੀ, ਅਤੇ ਰਾਜਧਾਨੀ ਖੋਲੀ। ਚਲੋ ਜੀ, ਕਹਿੰਦੇ ਸ਼ਿਮਲਾ ਬਣਾ ਲਓ। ਅੱਛਾ ਜੀ, ਫਿਰ ਉਹ ਹਿਮਾਚਲ ਵਾਲੇ ਖੇਤਰ 'ਚ ਆ ਗਈ, ਹਿਮਾਚਲ ਬਣ ਗਿਆ ਜੀ, ਇਸ ਲਈ ਸ਼ਿਮਲਾ ਵੀ ਤੁਹਾਨੂੰ ਨਹੀਂ ਮਿਲਣੀ, ਤੁਸੀਂ ਚੰਡੀਗੜ੍ਹ ਬਣਾ ਲਓ। 28 ਪਿੰਡ ਸਾਡੇ ਉਜਾੜੇ, ਖਣਾ ਦਾ ਮੁੱਲ ਰੁਪਈਆ ਪਾਇਆ, ਹੈਨਾ, ਮੋਟਰਾਂ, ਬੰਬੀਆਂ, ਖੇਤ ਸਾਰੇ ਵਾਹ ਕੇ ਪੱਧਰੇ ਕੀਤੇ, ਤੇ ਇਹ ਤਾਂ ਚੰਡੀਗੜ੍ਹ ਉਸਰਿਆ। ਪ੍ਰਵੀਨ ਜੀ, ਅੱਜ ਵੀ ਚੰਡੀਗੜ੍ਹ ਦੇ ਸੈਕਟਰਾਂ ਦੇ ਵਿੱਚ ਨਾ 22 ਪਿੰਡ ਨੇ ਜਿਹੜੇ ਅਜੇ ਔਖੇ ਸਾਹ ਲੈ ਰਹੇ ਨੇ, ਜਿਨ੍ਹਾਂ ਦਾ ਰੂਪ ਸਰੂਪ ਬਿਲਕੁਲ ਹੁਣ ਪੰਜਾਬ ਵਾਲਾ ਨਹੀਂ ਰਿਹਾ, ਹੈਨਾ, ਉਹ ਬੜੇ ਔਖੇ ਸਾਹ। ਤੇ 28 ਪਿੰਡ ਜਿਹੜੇ ਮਲੀਆ ਮੇਟ ਕਰ ਦਿੱਤੇ ਗਏ ਚੰਡੀਗੜ੍ਹ ਉਸਾਰਨ ਲਈ। 50 ਪਿੰਡ ਟੋਟਲ। ਸੋ ਇਹ ਦਿਖਦਾ ਚੰਡੀਗੜ੍ਹ ਜਿਹੜਾ ਲੋਕਾਂ ਨੂੰ ਲੱਗਦਾ ਹੈ, ਜਾਂ ਹਰਿਆਣੇ ਨੂੰ ਲੱਗਦਾ ਹੈ, ਜਾਂ ਕੇਂਦਰ ਵਾਲਿਆਂ ਨੂੰ ਲੱਗਦਾ ਕਿ ਕਬਜ਼ਾ ਲਈਏ, ਇਹਦੀਆਂ ਨੀਹਾਂ 'ਚ ਪੰਜਾਬ ਹੈ। ਸਹੀ ਇਹ ਪੰਜਾਬ ਦੇ ਪਿੰਡਾਂ ਤੇ ਉਸਰਿਆ। ਉਹ ਉਸ ਉਹਦੇ ਉੱਤੇ ਹੁਣ ਜਦੋਂ ਕਬਜ਼ਾਉਣ ਦੀ ਪ੍ਰਕਿਰਿਆ ਆਉਂਦੀ ਹੈ ਤਾਂ ਇੱਕ ਦਿਨ 'ਚ ਨਹੀਂ ਆਉਂਦੀ। ਸਹੀ, ਬਿਲਕੁਲ ਸਹੀ ਹੈ। ਉਹ ਮਤਲਬ ਉਹ ਜਿਵੇਂ ਹੁੰਦਾ ਨਾ ਕਿ ਜੇ ਤੁਸੀਂ ਪਹਿਲੀ ਵਾਰ ਕਿਸੇ ਨੇ ਕੋਈ ਛੇੜਖਾਨੀ ਕੀਤੀ, ਤੁਸੀਂ ਨਹੀਂ ਟੋਕਦੇ, ਤਾਂ ਫਿਰ ਉਹਦੀ ਹਿੰਮਤ ਵੱਧਦੀ ਆ, ਉਹ ਫਿਰ ਪਿੱਛਾ ਕਰਨ ਲੱਗਦਾ, ਫਿਰ ਬਾਂਹ ਫੜਨ ਤੱਕ ਜਾਂਦਾ ਹੈ, ਫਿਰ ਘਰ ਤੱਕ ਆਉਂਦਾ ਹੈ, ਫਿਰ ਬਦਤਮੀਜੀ ਤੇ ਉਤਰਦਾ ਹੈ। ਉਹ ਹਾਲਤ। ਇੱਕ ਪਹਿਲੂ ਤੇ ਜੇਕਰ ਸਮਝਣਾ ਹੋਵੇ ਤਾਂ ਇਸ ਕੜੀ ਨੂੰ ਇਸ ਨਜ਼ਰੀਏ ਤੋਂ ਸਮਝੋ ਕਿ ਚੰਡੀਗੜ੍ਹ ਦਾ ਪ੍ਰਸ਼ਾਸਕ ਉਹ ਲੱਗਦਾ ਹੈ ਜਿਹੜਾ ਪੰਜਾਬ ਦਾ ਰਾਜਪਾਲ ਹੁੰਦਾ। ਹਰਿਆਣੇ ਦਾ ਰਾਜਪਾਲ ਹਮੇਸ਼ਾ ਵੱਖਰਾ ਰਿਹਾ। ਪੰਜਾਬ ਦਾ ਰਾਜਪਾਲ ਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਹੈ, ਕਿਉਂਕਿ ਚੰਡੀਗੜ੍ਹ ਪੰਜਾਬ ਦਾ। ਇੱਥੇ ਸਭ ਤੋਂ ਬੜਾ ਅਫਸਰ ਜੇ ਹੁੰਦਾ ਸੀ ਤਾਂ SSP ਹੁੰਦਾ ਸੀ, ਕਿਉਂਕਿ ਉਹ ਪੰਜਾਬ ਦਾ ਲੱਗਦਾ ਸੀ। 60-40 ਵਾਲੀ ਰੇਸ਼ੋ ਹੋਈ ਕਿ ਅਗਲੇ 5 ਸਾਲਾਂ ਤੱਕ ਜਿੰਨੀ ਦੇਰ ਹਰਿਆਣਾ ਆਪਣੀ ਵੱਖਰੀ ਨਹੀਂ ਬਣਾ ਲੈਂਦਾ ਰਾਜਧਾਨੀ, ਉਨੀ ਦੇਰ 60-40 ਵਾਲਾ ਫਾਰਮੂਲਾ ਚੱਲੂਗਾ। ਤੇ ਉਹਦੇ ਵਿੱਚ ਸਭ ਤੋਂ ਬੜਾ ਅਫਸਰ SSP ਜੇ ਹੈਗਾ ਪੁਲਿਸ ਤੰਤਰ ਦੇ ਹਵਾਲੇ, ਉਹ ਸਾਡਾ ਹੋਊਗਾ। ਹੁਣ SSP ਦੇ ਉੱਪਰ ਕਿੰਨੇ ਡਿਊਟੀ ਕੈਡਰ ਦੇ ਨਾਂ ਤੇ ਅਫਸਰ ਬਣਾਤੇ, SSP ਤੱਕ ਥਾਣੇਦਾਰ ਜੋਗਾ ਬਣ ਕੇ ਰਹਿ ਗਿਆ। ਫਿਰ ਉਹ 60-40 ਵਾਲੀ 'ਚ ਨਲਾਇਕੀ ਸਾਡੀਆਂ ਸਮੇਂ ਦੀਆਂ ਸਰਕਾਰਾਂ, ਅਕਾਲੀ, ਭਾਜਪਾ, ਕਾਂਗਰਸੀਆਂ ਦੀ ਰਹੀ ਕਿ ਉਹਨੇ ਆਪਣੇ ਨੁਮਾਇੰਦੇ ਨਹੀਂ ਦਿੱਤੇ। ਤੇ ਜਦੋਂ ਨੁਮਾਇੰਦੇ ਨਹੀਂ ਦਿੱਤੇ ਤੇ ਅਗਲਿਆਂ ਦੀ ਹਰਿਆਣੇ ਦੀ ਪਕੜ ਵੱਧਦੀ ਗਈ। ਉਹ ਤੋਂ ਬਾਅਦ ਫਿਰ ਅਚਾਨਕ ਤੁਸੀਂ ਯੂਟੀ ਕੈਡਰ ਬਣਾ ਲਿਆ, ਇੱਕ ਨਵੀਂ ਕਾਲ ਕਰ ਦਿੱਤੀ ਯੂਟੀ ਕੈਡਰ। ਤੇ ਜਦੋਂ ਯੂਟੀ ਕੈਡਰ ਆਇਆ ਤਾਂ ਯੂਟੀ ਕੈਡਰ ਦੇ ਨਾਲ ਬਾਹਰਲੀਆਂ ਭਾਸ਼ਾਵਾਂ ਵਾਲੇ ਹੋਰਨਾਂ ਸੂਬਿਆਂ ਵਾਲੇ ਜਦੋਂ ਆਏ, ਹੈਨਾ, ਉਹ ਕਹਿੰਦੇ ਜੀ ਇੱਥੇ ਤਾਂ ਅੰਗਰੇਜ਼ੀ ਲਾਗੂ ਕਰਾਂਗੇ, ਤੇ ਰਾਤੋਂ ਰਾਤ ਇੱਥੇ ਦੀ ਭਾਸ਼ਾ ਅੰਗਰੇਜ਼ੀ ਹੋਊਗੀ। ਅਸੀਂ ਜੇ ਉਸ ਸਮੇਂ ਰਿਐਕਟ ਕਰਦੇ ਤਾਂ ਸ਼ਾਇਦ ਸਥਿਤੀ ਹੋਰ ਹੁੰਦੀ। ਬਿਲਕੁਲ।
ਇੱਕ ਦਿਨ ਇਹਨਾਂ ਨੇ ਇਹ ਤੈਅ ਕਰ ਲਿਆ ਕਿ ਵੀ ਅੱਜ ਰਾਜਪਾਲ ਪੰਜਾਬ ਦਾ ਅੱਡ ਲੱਗੂਗਾ, ਚੰਡੀਗੜ੍ਹ ਦਾ ਪ੍ਰਸ਼ਾਸਕ ਅੱਡ ਲੱਗੂਗਾ। ਉਹ ਹੱਲਾ ਮਚਿਆ, ਇਹਨਾਂ ਨੇ ਉਹ ਫੈਸਲਾ ਵਾਪਸ ਲਿਆ। ਪਰ ਉਸ ਦਿਨ ਵੀ ਸਾਨੂੰ ਜਾਗ ਜਾਣਾ ਚਾਹੀਦਾ ਸੀ ਕਿ ਮਾਮਲਾ ਇਕੱਲੇ ਪ੍ਰਸ਼ਾਸਕ ਦਾ, ਰਾਜਪਾਲ ਦਾ ਨਹੀਂ ਹੈ, ਮਾਮਲਾ ਚੰਡੀਗੜ੍ਹ ਦਾ ਹੀ ਹੈ। ਫਿਰ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਕਰਨੀ ਰੁੱਖ ਕੀਤਾ। ਲਾਹੌਰ ਤੋਂ ਤਬਦੀਲ ਹੋ ਕੇ ਜਿਹੜੀ ਯੂਨੀਵਰਸਿਟੀ ਇੱਥੇ ਆਈ, ਉਸ ਯੂਨੀਵਰਸਿਟੀ ਦੇ ਨਾਲ ਪੰਜਾਬ ਦੇ ਕਾਲਜ ਨੇ, ਤੇ ਹਰਿਆਣੇ ਵਾਲੇ ਆਪਣੇ ਆਪ ਵੱਖ ਹੋਏ ਸੀ ਜਦੋਂ ਹਰਿਆਣਾ ਅੱਡ ਹੋਇਆ ਕਿ ਅਸੀਂ ਨਹੀਂ ਪੰਜਾਬ ਯੂਨੀਵਰਸਿਟੀ ਨਾਲ ਰਹਿਣਾ। ਤੇ ਹੁਣ ਕਹਿੰਦੇ ਜੀ ਸਾਡੇ ਕਾਲਜ ਕਿਉਂ ਨਹੀਂ ਜੋੜਦੇ, ਸਾਨੂੰ ਕਿਉਂ ਅੱਡ ਕੀਤਾ ਜੀ? ਕਿਉਂਕਿ ਹੁਣ ਤੁਹਾਡਾ ਇਰਾਦਾ ਹੋਰ ਹੈ। ਉਸ ਇਰਾਦੇ ਦੇ ਵਿੱਚੋਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵੀ ਖਤਮ ਕਰਨਾ ਚਾਹੁੰਦੇ ਹੋ, ਤੁਸੀਂ ਉਹਦਾ ਕੇਂਦਰੀਕਰਨ ਵੀ ਕਰਨਾ ਚਾਹੁੰਦੇ ਹੋ। ਇਹ ਸਾਰੀ ਕਵਾਇਦ ਚੰਡੀਗੜ੍ਹ ਨੂੰ ਕਬਜ਼ਾਉਣ ਦੀ ਹੈ। ਤੇ ਹੁਣ ਤੁਹਾਡਾ ਚਿਹਰਾ ਮੋਹਰਾ ਬੇਨਕਾਬ ਹੋ ਗਿਆ। ਤੇ ਇਸ ਬੇਨਕਾਬੀ ਦੇ ਵਿੱਚ ਤੁਸੀਂ ਸਿੱਧੇ ਰੂਪ ਚ ਚੰਡੀਗੜ੍ਹ ਦੇ ਅੰਦਰ ਵੱਖਰੀ ਰਾਜਧਾਨੀ ਉਸਾਰੋਗੇ ਜੀ, ਵੱਖਰੀ ਆਪਣੀ ਵਿਧਾਨ ਸਭਾ ਉਸਾਰੋਗੇ, ਤੁਸੀਂ ਇਹਦੇ ਅੰਦਰ ਵੱਖਰੀ ਆਪਣੀ ਹਾਈ ਕੋਰਟ ਉਸਾਰੋਗੇ। ਇਹ ਸਾਰਾ ਕੁਝ ਚੰਡੀਗੜ੍ਹ ਦੀ ਹੱਦ ਤੋਂ ਬਾਹਰ ਉਸਰਨਾ ਚਾਹੀਦਾ ਤੇ ਹਰਿਆਣੇ ਦਾ ਵੱਖਰਾ ਉਸਰਨਾ ਚਾਹੀਦਾ। ਇਹਦਾ ਉਹ ਹੱਕ ਹਕੂਕ ਰੱਖਦਾ। ਪਰ ਇਹ ਰਾਜਨੀਤਿਕ ਧਿਰਾਂ ਮਿਲ ਕੇ ਕੇਂਦਰ ਦੇ ਇਸ਼ਾਰੇ ਤੇ ਜੋ ਖੇਡ ਖੇਡੀ ਜਾ ਰਹੀ ਹੈ, ਇਹ ਪੰਜਾਬ ਨੂੰ ਇੱਕ ਨਵੀਂ ਜੰਗ ਚ ਧੱਕਣ ਦੀ ਕੋਸ਼ਿਸ਼ ਹੈ। ਪਰ ਕੀ ਕਰੇ, ਅੱਗ ਲੱਗੀ ਹੈ ਤੇ ਨੀਰੂ ਬਾਂਸਰੀ ਵਜਾ ਰਿਹਾ ਹੈ ਨਾ, ਤੇ ਰੋਮ ਜਲ ਰਿਹਾ। ਤੇ ਉਹ ਸਥਿਤੀ ਦੇ ਵਿੱਚ ਹੈ ਕਿ ਸਾਡਾ ਮੁੱਖ ਮੰਤਰੀ ਚੁਟਕਲੇ ਸੁਣਾ ਰਿਹਾ, ਸਾਡਾ ਮੁੱਖ ਮੰਤਰੀ ਟੋਟਕੇ ਸੁਣਾ ਰਿਹਾ, ਸਾਡਾ ਮੁੱਖ ਮੰਤਰੀ ਚੋਣ ਪ੍ਰਚਾਰ ਚ ਬਿਜੀ ਹੈ, ਭੰਗੜੇ ਗਿੱਧਿਆਂ ਦੀਆਂ ਵਿੱਚ ਜਾ ਕੇ ਜਵਾਕਾਂ ਚ ਆਪਣੇ ਯੂਥ ਫੈਸਟੀਵਲਾਂ ਨੂੰ ਯਾਦ ਕਰੀ ਜਾਂਦਾ। ਬੱਸ ਚੜ੍ਹ ਕੇ ਆਉਂਦੇ ਸੀ ਜੀ, ਸਕੂਲਾਂ ਦੇ ਵਿੱਚ ਜਾਂਦੇ ਸੀ ਜੀ, ਫੈਸਲਾ ਲੈਣਾ ਸਿਖਾਉਂਦੇ ਆ ਜੀ ਸਰਕਾਰੀ ਸਕੂਲ, ਉੱਥੇ ਇਹੋ ਜਿਹੇ ਟੋਟਕੇ ਸੁਣਾਈ ਜਾਂਦਾ। ਐਡਾ ਬੜਾ ਤੁਹਾਡੇ ਸਿਰ ਦੇ ਉੱਤੇ ਮਸਲਾ ਖੜਾ ਹੋਵੇ ਤੇ ਤੁਹਾਡਾ ਕੋਈ ਅਧਿਕਾਰਤ ਬਿਆਨ ਹੀ ਨਾ ਹੋਵੇ। ਆਮ ਆਦਮੀ ਪਾਰਟੀ ਵੱਲੋਂ ਨੀਲ ਗਗਰ, ਉਹ ਜੀ ਬੁਲਾਰਾ ਹੈ ਜਿਹਨਾਂ ਦਾ, ਨੀਲ ਗਰਗ ਆ ਜੀ, ਅਨਮੋਲ ਗਗਨ ਮਾਨ MLA ਜੀ, ਇਹ ਲੜਾਈ ਲੜਨਗੇ ਇਸ ਮਸਲੇ ਦੀ। ਕਿਸੇ ਵੀ ਕੈਬਨਿਟ ਮੰਤਰੀ ਦਾ ਬਿਆਨ ਨਹੀਂਗਾ। ਨਹੀਂ ਬਿਲਕੁਲ ਮੰਤਰੀ ਦਾ ਅਧਿਕਾਰ। ਮੈਂ ਕਹਿੰਦਾ ਕਿਸੇ ਰੈਲੀ ਚ ਥਾਂ ਚੁਟਕਲੇ ਜਮਾ ਕੇ ਸੁਣਾ ਦੇਣ, ਗੱਲ ਹੋਰ ਹੈ। ਉਹ ਜਿਵੇਂ ਪਾਕਿਸਤਾਨ ਵਾਲੀ ਬੀਬੀ ਦਾ ਮਜ਼ਾਕ ਕਰਤਾ ਹੈ ਨਾ, ਕਿ ਉਹ ਅਗਲੀ ਨੇ ਕਿਹਾ ਕਿ ਭਾਈ ਤੁਹਾਡੇ ਤੇ ਦੋਸ਼ ਲਾਇਆ ਤੇ ਉਹਨੇ ਮੁੱਖ ਮੰਤਰੀ ਦੇ ਰੁਤਬੇ ਦੇ ਨਾਲ ਚਿੱਠੀ ਲਿਖਣ ਦੀ ਗੱਲ ਕੀਤੀ ਹੈ, ਤੁਸੀਂ ਉਸ ਰੁਤਬੇ ਦੇ ਹਿਸਾਬ ਨਾਲ ਗੱਲ ਕਰੋ ਉਹਦੇ ਨਾਲ, ਹੈ ਨਾ। ਇੱਕ ਪਹਿਲਾਂ ਬੀਬੀ ਸਾਨੂੰ ਦੁਖੀ ਕਰਦੀ ਸੀ, ਤੁਸੀਂ ਉਹਨੂੰ ਰੂਸਾਂ ਨਾਲ ਮਿਲਾਓਗੇ ਹੁਣ? ਸਹੀ ਬਿਲਕੁਲ। ਇਹ ਹਾਲ ਹੈ ਸਾਡੇ ਮੁਖੀ ਦਾ। ਸੋ ਇਸ ਲਈ ਇਹਨਾਂ ਲਈ ਇਹ ਲੜਾਈ ਗੰਭੀਰਤਾ ਨਾਲ ਨਹੀਂ ਹੈ, ਪਰ ਇਹ ਲੜਾਈ ਬਹੁਤ ਵੱਡੀ ਹੈ ਪ੍ਰਵੀਨ।